संग नानक जस गायो, जो प्रभु की अत प्यारी। साध संग नानक जस गायो, जो प्रभु की अत प्यारी। वाहिगुरु साहिब जीओ, असंख नाम असंख थाम, अगम अगम असंख लोक, असंख नाम असंख थाम, अगम अगम असंख लोक, असंख कह सिर पार होए। अखरी नाम अखरी साला, अखरी ज्ञान गीत गुण गा। अखरी लिखन बोलन बान, अखरां सिर संजोग वखान। जिन ए लिखे तिस सिर नाए, जिव फुरमाए तिव तिव पाहे। जेता कीता तेता नाऊं, विन नावै नाही को थाऊं। कुदरत कवन कहाँ विचार, वारिया ना जावां एक बार। जो तुध भावै साई भली कार, तू सदा सलामत निरंकार। जो तुध भावै साई भली कार, तू सदा सलामत निरंकार। शब्द गुरु चवर तख्त छत्र दे मालिक, हाजरा हजूर ज़ाहिरा ज़हूर धन धन साहिब श्री गुरु ग्रंथ साहिब पातशाह जी दे पावन पवित्र चरनां विच अमृत वेले दे सजे हुए दीवान विच हाजरियां भर रही गुरु सवारी सत संगत जीओ। आप जी ने अमृत वेले गुरु पातशाह जी दे पावन दर्शन दिदारे करदियां, जिथे गुरु साहिब जी ने प्रकाशमान हो के दीदार बख्शे, पवित्र अमृत बाणी नितनेम बाणियां दे पाठ उपरंत आसा की वार दे पावन अमृत बाणी दे कीर्तन सरवण कीते। चल रही लड़ीवार गुरु शब्द दी विचार धन धन साहिब श्री गुरु नानक पातशाह जी दी पावन आद बाणी
ਜਾਪ ਜੀ ਸਾਹਿਬ ਦੀ ਲੜੀਵਾਰ ਵਿਚਾਰ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਜੁੜ ਬੈਠੇ ਹਾਂ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਾਹਿਗੁਰੂ ਅਕਾਲ ਪੁਰਖ ਨੂੰ ਨਿਰੰਕਾਰ ਦੇ ਨਾਮ ਨਾਲ ਸੰਬੋਧਨ ਕੀਤਾ। ਗੁਰੂਦੇਵ ਜੀ ਨੇ ਇਸ ਪਾਵਨ ਪੌੜੀ ਦਾ ਜੋ ਪਾਠ ਆਪਾਂ ਸਰਵਣ ਕੀਤਾ ਹੈ, 4 ਪੌੜੀਆਂ, ਜਿਹਦੇ ਵਿੱਚ ਗੁਰੂ ਸਾਹਿਬ ਜੀ ਨੇ 3 ਪੌੜੀਆਂ ਦੇ ਵਿੱਚ ਇਹ ਵਾਰ-ਵਾਰ ਸਾਨੂੰ ਦੁਹਰਾਇਆ ਤੇ ਯਾਦ ਕਰਾਇਆ। ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤੇ ਇੱਕ ਪੌੜੀ ਵਿੱਚ, ਪਿਛਲੀ ਪੌੜੀ ਵਿੱਚ 18ਵੀਂ ਪੌੜੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਕੱਲ ਆਪਾਂ ਵਿਚਾਰ ਕੀਤੀ ਸੀ ਕਿ ਕੁਦਰਤ ਦੀ ਜਗ੍ਹਾ ਮਹਾਰਾਜ ਜੀ ਨੇ ਉੱਥੇ ਸੰਬੋਧਨ ਕੀਤਾ, ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਉਸ ਨਿਰੰਕਾਰ ਵਾਹਿਗੁਰੂ ਅਕਾਲ ਪੁਰਖ ਨੂੰ ਮੁਖਾਤਬ ਹੋ ਕੇ ਸੰਬੋਧਨ ਕਰਕੇ ਗੁਰੂ ਸਾਹਿਬ ਜੀ ਨੇ ਇਹ ਬਚਨ ਉਚਾਰਨ ਕੀਤੇ। ਆਓ ਆਪਾਂ ਇਹਨਾਂ ਬਚਨਾਂ ਦੀ ਵਿਚਾਰ ਦੀ ਸਾਂਝ ਪਾਈਏ ਔਰ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਜੋਦੜੀ ਕਰੀਏ, ਅਰਦਾਸ ਕਰੀਏ, ਮਿੰਨਤ ਤਰਲਾ ਕਰੀਏ ਕਿ ਇਹ ਬਾਣੀ ਵਿੱਚੋਂ ਜੋ ਭਾਵ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰਨਾ ਚਾਹੁੰਦੇ ਨੇ, ਇੱਕ ਕਿਨਕਾ ਮਾਤਰ ਵੀ ਗੁਰੂ ਸਾਹਿਬ ਜੀ ਦਾ ਉਹ ਗਿਆਨ, ਉਹ ਸਿੱਖਿਆ, ਉਹ ਭਾਵਨਾ ਸਾਡੇ ਅੰਦਰ ਪੈਦਾ ਹੋ ਸਕੇ, ਤਾਂ ਕਿ ਸਾਡਾ ਇਹ ਜੀਵਨ ਸਫਲ ਹੋ ਸਕੇ। ਆਓ ਗੁਰੂ ਚਰਨਾਂ ਵਿੱਚ ਸੀਸ ਝੁਕਾਈਏ। ਇੱਕ ਵਾਰ ਸਾਰੇ ਪਿਆਰ ਸਤਿਕਾਰ ਸਹਿਤ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂਦੇਵ ਇਸ 19ਵੀਂ ਪੌੜੀ ਦੇ ਆਰੰਭ ਦੇ ਵਿੱਚ ਬਖਸ਼ਿਸ਼ ਕਰਦੇ ਨੇ ਕਿ ਪਰਮੇਸ਼ਰ ਦੀ ਇਹ ਜਿਹੜੀ ਮਹਾਨ ਰਚਨਾ ਹੈ, ਇਹ ਸੰਸਾਰ ਜੋ ਵਾਹਿਗੁਰੂ ਅਕਾਲ ਪੁਰਖ ਨੇ ਬਣਾਇਆ, ਜਿਸ ਕਰਕੇ ਉਸ ਪਰਮੇਸ਼ਰ ਨੂੰ ਆਪਾਂ ਸਿਰਜਣਹਾਰ ਦੇ ਨਾਮ ਨਾਲ ਜਾਣਦੇ ਹਾਂ, ਜਿਸ ਨੂੰ ਆਪਾਂ ਕਰਤਾ ਪੁਰਖ ਕਹਿ ਕੇ ਸੰਬੋਧਨ ਕਰਦੇ ਹਾਂ। ਇਹ ਸਾਰੀ ਕ੍ਰੀਏਸ਼ਨ ਜਿਸ ਕਰਤਾ ਪੁਰਖ, ਜਿਸ ਕ੍ਰੀਏਟਰ ਵਾਹਿਗੁਰੂ ਅਕਾਲ ਪੁਰਖ ਦੀ ਮੰਨਦੇ ਹਾਂ। ਖਾਸ ਕਰਕੇ ਧਰਮ ਦੇ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਦਾ ਇਹੀ ਅਕੀਦਾ ਹੈ, ਇਹੀ ਵਿਸ਼ਵਾਸ ਹੈ ਕਿ ਇਹ ਸਾਰੀ ਧਰਤੀ, ਇਹ ਬ੍ਰਹਿਮੰਡ, ਇਹ ਖੰਡ, ਇਹ ਸਾਰੇ ਜਿੰਨੇ ਗ੍ਰਹਿ ਨਕਸ਼ਤਰ, ਇਹ ਸਾਰਾ ਕੁਝ ਉਸ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਨੇ ਹੀ ਬਣਾਇਆ। ਇਹ ਗੱਲ ਵੱਖਰੀ ਹੈ ਜੋ ਉਸ ਦੇ ਬਣਾਏ ਹੋਏ ਜੀਵ ਨੇ, ਅਣਗਿਣਤ ਅਜਿਹੇ ਜੀਵ ਨੇ ਜਿਹੜੇ ਉਹਦੇ ਉੱਤੇ ਵਿਸ਼ਵਾਸ ਨਹੀਂ ਵੀ ਕਰਦੇ, ਕਹਿੰਦੇ ਨੇ ਕਿ ਅਸੀਂ ਰੱਬ ਨੂੰ ਨਹੀਂ ਮੰਨਦੇ। ਕਹਿਣ ਨਾਲ, ਤਰਕ ਨਾਲ, ਅਨੇਕ ਪ੍ਰਕਾਰ ਦੀਆਂ ਤਨਕੀਦਾਂ ਕਰਨ ਦੇ ਨਾਲ, ਬਾਵਜੂਦ ਇਹ ਸਭ ਕੁਝ ਦੇ ਫਿਰ ਵੀ ਉਹ ਪਰਮੇਸ਼ਰ ਦੇ ਉਸ ਨਿਯਮ ਤੇ ਉਸ ਕੁਦਰਤ ਦੇ ਵਿੱਚ ਹੀ ਉਹ ਵਰਤ ਰਿਹਾ। ਜਿਹੜਾ ਵੀ ਜ਼ਮੀਨ ਦੇ ਵਿੱਚ ਆਪਾਂ ਬੀਜ ਕੋਈ ਪਾਉਂਦੇ ਆ, ਉਹ ਬੀਜ ਉੱਗਦਾ ਹੀ। ਇਹ ਮਨੁੱਖ ਪੈਦਾ ਹੁੰਦਾ ਹੈ, ਇਸ ਨੇ ਦਿਨ ਬ ਦਿਨ ਇਸ ਦੀ ਕਾਇਆ ਨੇ, ਸਰੀਰ ਨੇ ਵਧਣਾ, ਤੇ ਜੇ ਅਜਿਹਾ ਉਹ ਮਨੁੱਖ ਕਹਿੰਦੇ ਰੱਬ ਦੀ ਕੁਦਰਤ, ਰੱਬ ਦੇ ਹੁਕਮ ਤੋਂ ਜਾਂ ਰੱਬ ਨੂੰ ਤੋਂ ਮੁਨਕਰ ਨੇ, ਉਹ ਵੀ ਉਸੇ ਤਰ੍ਹਾਂ ਹੀ ਉਹਦੇ ਹੁਕਮ ਵਿੱਚ ਚੱਲ ਰਹੇ ਨੇ। ਉਹ ਵੀ ਜਨਮ ਲੈ ਰਹੇ ਨੇ, ਉਹ ਵੀ ਪਰਵਰਿਸ਼ ਪਾ ਰਹੇ ਨੇ, ਵੱਡੇ ਹੋ ਰਹੇ ਨੇ,
ਸਰੀਰ ਵੱਡਾ ਹੋ ਰਿਹਾ, ਅਖੀਰ ਅੰਤ ਨੂੰ ਇਹ ਸਰੀਰ ਛੱਡ ਕੇ ਚਲੇ ਜਾਂਦੇ ਹਨ। ਜਿਹੜਾ ਗੁਰੂ ਸਾਹਿਬ ਜੀ ਨੇ ਆਖਿਆ ਸੀ ਕਿ ਇਹ ਸਾਰੀ ਕੁੱਲ ਕਾਇਨਾਤ ਦੇ ਅੰਦਰ ਉਸ ਵਾਹਿਗੁਰੂ ਅਕਾਲ ਪੁਰਖ ਦਾ ਹੁਕਮ ਵਰਤ ਰਿਹਾ ਹੈ, ਉਸ ਦੇ ਹੁਕਮ ਤੋਂ ਹੀ ਇਹ ਸਾਰੀ ਸ੍ਰਿਸ਼ਟੀ ਹੋਂਦ ਵਿੱਚ ਆਈ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਬੜੀ ਦ੍ਰਿੜਤਾ ਦੇ ਨਾਲ ਸਾਨੂੰ ਦ੍ਰਿੜ ਕਰਵਾਈ ਕਿ ਇਹ ਭਲਿਆ, ਇਹ ਇਨਸਾਨ, ਇਹ ਜੀਵ ਉਸ ਵਾਹਿਗੁਰੂ ਅਕਾਲ ਪੁਰਖ ਦਾ ਹੁਕਮ ਤੇਰੇ ਨਾਲ ਲਿਖਿਆ ਹੋਇਆ ਹੈ। ਉਹ ਸਚਿਆਰ ਹੈ ਤੇ ਉਸ ਸਚਿਆਰ ਵਿੱਚ ਮਿਲਣ ਵਾਸਤੇ ਤੈਨੂੰ ਸਚਿਆਰ ਹੋਣਾ ਪਵੇਗਾ। ਇਹੀ ਤੇ ਮੂਲ ਮਨੋਰਥ ਇਸ ਬਾਣੀ ਦਾ ਇਹ ਦ੍ਰਿੜ ਕਰਾਉਣ ਵਾਸਤੇ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਉਹ ਤੇਰੇ ਨਾਲ ਲਿਖਿਆ ਹੋਇਆ ਤੁਰੋਈ, ਉਹ ਕਾਰਜਸ਼ੀਲ ਹੈ। ਇਸ ਵਾਸਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਇਹ ਸਾਰੀ ਕੁੱਲ ਕਾਇਨਾਤ ਦੇ ਅੰਦਰ ਜਿੱਥੇ ਸਾਹਿਬ ਕਹਿੰਦੇ ਨੇ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਦੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਏ। ਉਸ ਵਾਹਿਗੁਰੂ ਅਕਾਲ ਪੁਰਖ ਦੀ ਰਜ਼ਾ ਵਿੱਚ ਚੱਲਿਆ, ਉਹਦੀ ਰਜ਼ਾ ਨੂੰ ਪ੍ਰਵਾਨ ਕੀਤਿਆਂ, ਉਹਦੀ ਰਜ਼ਾ ਅੱਗੇ ਸਮਰਪਣ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਉਸ ਪਰਮੇਸ਼ਰ ਦੀ ਰਜ਼ਾ ਨੂੰ ਪ੍ਰਵਾਨ ਕਰਨਾ, ਰਜ਼ਾ ਵਿੱਚ ਆ ਜਾਣਾ, ਹੁਕਮ ਵਿੱਚ ਆ ਜਾਣਾ, ਇਹੀ ਇੱਕ ਰਸਤਾ ਹੈ, ਇਹੀ ਇੱਕ ਮਾਰਗ ਹੈ, ਇਹੀ ਇੱਕ ਢੰਗ ਤੇ ਤਰੀਕਾ ਹੈ ਜਿਸ ਨਾਲ ਅਸੀਂ ਸਚਿਆਰ ਹੋ ਸਕਦੇ ਹਾਂ। ਗੁਰੂ ਸਾਹਿਬ ਜੀ ਨੇ ਇੱਥੇ ਬਖਸ਼ਿਸ਼ ਕੀਤੀ। ਦੇਖੋ ਦੁਨੀਆ ਦੇ ਅੰਦਰ ਜਿੰਨੇ ਵੀ ਜੀਵ ਨੇ, ਹਰ ਇੱਕ ਜੀਵ ਦਾ ਕੋਈ ਨਾ ਕੋਈ ਨਾਮ ਜਿਹੜਾ ਜ਼ਰੂਰੀ ਹੈ। ਕੁਦਰਤ ਦੇ ਅੰਦਰ ਨਾ ਅਨੇਕਾਂ ਭਾਂਤਾਂ ਦੇ, ਜਿਵੇਂ ਹੁਣ ਆਪਾਂ ਇਹ ਪੰਕਤੀ ਪੜ੍ਹੀਏ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਪਤਾ ਨਹੀਂ ਕਿੰਨੇ ਤਰ੍ਹਾਂ ਦੇ ਜੀਵ ਇਸ ਸੰਸਾਰ ਵਿੱਚ ਨੇ। ਹਰ ਇੱਕ ਜੀਵ ਦੇ ਨਾਮ ਰੱਖੇ ਗਏ ਨੇ, ਪਰ ਜਿੰਨੇ ਜੀਵ ਅੱਜ ਤੱਕ ਸਾਡੀ ਦ੍ਰਿਸ਼ਟੀ ਗੋਚਰ ਹੋਏ, ਇਨਸਾਨ ਦੀ ਦ੍ਰਿਸ਼ਟੀ ਗੋਚਰ ਹੋਏ, ਧਾਰਮਿਕ ਵਿਦਵਾਨਾਂ ਜਾਂ ਸਾਇੰਸਦਾਨਾਂ ਵਿਗਿਆਨੀਆਂ ਦੀ ਦ੍ਰਿਸ਼ਟੀ ਵਿੱਚ ਜਿਹੜੇ ਆਏ, ਉਹਨਾਂ ਦੇ ਹੀ ਨਾਮ ਰੱਖੇ ਗਏ। ਪਰ ਗੱਲ ਇੱਥੇ ਵੀ ਖਤਮ ਨਹੀਂ। ਗੁਰੂ ਸਾਹਿਬ ਜੀ ਆਖਦੇ ਨੇ, ਅਣਗਿਣਤ ਅਜਿਹੇ ਜੀਵ ਨੇ ਜਿਨ੍ਹਾਂ ਦੇ ਨਾਮ ਆਪਾਂ ਰੱਖ ਲਏ ਨੇ, ਪਰ ਅਣਗਿਣਤ ਅਜਿਹੇ ਜੀਵ ਵੀ ਨੇ ਜਿਨ੍ਹਾਂ ਦੇ ਨਾਮ ਜਾਣਦੇ ਹੀ ਨਹੀਂ, ਰੱਖੇ ਹੀ ਨਹੀਂ ਗਏ, ਪਰ ਨਾਮ ਹਨ ਉਹਨਾਂ ਦੇ। ਨਾਮ ਦਾ ਭਾਵ ਹੈ ਹੋਂਦ ਹੈ ਉਹਨਾਂ ਦੀ, ਹਸਤੀ ਹੈ ਉਹਨਾਂ ਦੀ। ਨਾਮ ਦੇ ਪਿੱਛੇ ਹਸਤੀ ਹੈ, ਨਾਮ ਦੇ ਪਿੱਛੇ ਸਰੂਪ ਹੈ, ਰੂਪ ਹੈ, ਸਰੂਪ ਹੈ। ਜਦੋਂ ਵੀ ਆਪਾਂ ਕਿਸੇ ਵਿਅਕਤੀ ਦਾ, ਕਿਸੇ ਜੀਵ ਦਾ ਨਾਮ ਲੈਂਦੇ, ਉਹਦੀ ਤਸਵੀਰ ਸਾਹਮਣੇ ਆ ਜਾਂਦੀ ਹੈ। ਸਭ ਆਖਦੇ ਨੇ ਇਹ ਸਾਰੇ ਜੀਵਾਂ ਦੇ ਨਾਮ ਜਿਹੜੇ ਨੇ ਉਹ ਅਣਗਿਣਤ ਹਨ, ਆਪਾਂ ਗਿਣਤੀ ਵੀ ਨਹੀਂ ਕਰ ਸਕਦੇ। ਅਸੰਖ ਤੋਂ ਭਾਵ ਹੀ ਹੈ ਨਾ, ਸੰਖਿਆ ਰਹਿਤ, ਗਿਣਤੀ ਰਹਿਤ, ਅਣਗਿਣਤ। ਅਣਗਿਣਤ ਜੀਵ ਨੇ, ਅਣਗਿਣਤੀ ਉਹਨਾਂ ਦੇ ਨਾਮ। ਅਸੰਖ ਥਾਮ ਤੇ ਅਣਗਿਣਤ ਐਸੇ ਥਾਵਾਂ ਨੇ, ਅਣਗਿਣਤ ਨਾਮ ਨੇ ਉਹਨਾਂ ਦੇ, ਅਣਗਿਣਤ ਥਾਵਾਂ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇਹ ਸਾਰੀ ਵਾਹਿਗੁਰੂ ਅਕਾਲ ਪੁਰਖ ਦੀ ਕੁਦਰਤ ਹੈ। ਹੁਣ ਦੇਖੋ ਇਸ ਬ੍ਰਹਿਮੰਡ ਦੇ ਅੰਦਰ ਇੱਕ ਬ੍ਰਹਿਮੰਡ ਤੇ ਪਤਾ ਹੀ ਨਹੀਂ ਕਿੰਨੇ ਬ੍ਰਹਿਮੰਡ।
अरबां खरबां ये जिन्ने भी आपां सूरज चंद तारे सियारे जो कुछ आपां देखते हैं, जिन्ने ग्रह ने, अज ते साइंस जिहड़ी है उन्हां दे पास इन्ने वड्डे जंतर आले दूरबीना खुरदबीना बड़ा कुछ मौजूद है। तो बड़ी आद काल तो ये तरद्दुद जारी है, ये कोशिश जारी है कि वो लभ्या जाए, इन्हां बारे जानकारी लई जाए। मनुख ने समुंदर भी खंगाल दिते, ये धरती नूं भी खंगाल दिता, आकाश दे विच स्पेस दे विच भी सारे स्पेस नूं खंगालिया जा रहा, लभ्या जा रहा। ते पर किसी रिजल्ट, किसी सिट्टे, किसी अंत तक अजे तक इंसान नहीं पहुंचा। किसी शायर ने कहा सी, राज कुदरत ने इंसान से छुपाए तो बहुत। ये भी दावे किए गए कि साइंसदाना ने वो राज लभ ले जेड़े कुदरत ने छुपा के रखे हुए सन। पर धर्म की दुनिया विच मन्निया जाता, भावें साइंस भी अज मनदी कि जिन्ना मर्जी तरक्की कर गई, अरबां खरबां सालों तक पता लग गया या जान लिया या बोलिया जा रहा, लिखिया जा रहा, दिखाया जा रहा, पर फिर भी उसकी कोई सीमा नहीं। पर दावे किए गए, राज कुदरत ने इंसान से छुपाए तो बहुत, लेकिन अहले बसीरत से छुपाए नहीं गए। उन्होंने साइंसदाना ने, विज्ञानियों ने, विद्वाना ने बड़े राज कुदरत के इंसान के सामने लियाते और उन्होंने कुदरत के उन्होंने राजां नूं लभ के, उन्होंने भेदां नूं जान के ते मनुखता के भले वास्ते भी बड़ा कुछ किया गया। साइंस ने, विज्ञान ने जिन्नी भी सहूलतां अज साडे पास ने, ये उससे खोज का ही तो नतीजा है। ते भी उस वाहिगुरु अकाल पुरख की मेहर नाल, उहदी बख्शिश नाल एक धर्म नूं जानन वाला धार्मिक व्यक्ति ये आखदा सारा कुछ ही वाहिगुरु की रजा विच होया। गुरु साहिब जी आखदे ने सब कुछ उस परमेश्वर की रजा विच ही हुक्म है, अंदर सब को, बाहर हुक्म ना कोई, ना कोई धर्मी ना कोई अधर्मी। उस रबी कानून तो बाहर कुछ नहीं, सारा कुछ वो वाहिगुरु अकाल पुरख दे रबी हुक्म ते उहदे नियमां दे विच ही ये निरंतर जिहड़ा विकास करता है। गुरुदेव आखदे ने जिन्ने भी नाम ने, जिन्ने भी थावां ने, इन्हां सारियां दी सतगुरु महाराज कहते ने अपनी अपनी महत्ता ते अगम अगम असंख लो। किन्ने ने ग्रहण, किन्ने ने प्लैनेट, किन्ने ने ब्रह्मंड। महाराज सच्चे पातशाह कहते हैं कि ये भी असंख ने, गिनती नहीं कर सकते। फिर कहते हैं अगम, अगम का मतलब होता है संस्कृत का वर्ड है गम्य। गम्य तो भाव जिथों कहा जाता है जिथे पहुंच होवे उन्होंने कहते गमता। मनुख की गमता उतों तक, पहुंच उतों तक नहीं, रसाई उतों तक नहीं। अनगिनत अजिहे ग्रह ने जिथों तक मनुख देख रहा है, सुन रहा है। आपां ठीक है, कुछ ग्रहां तक पहुंच दसी जा रही है, पर वो भी आने वाली सदियां समय तक पता चलेगा कि शायद पहुंचे भी नहीं कि नहीं पहुंचे। पर कोशिशां जारी ने। गुरु साहिब आखदे ने अगम अगम असंख लो, अजे ते पहुंच ही नहीं हुई। महाराज कहते ने वो अगम मनुख दी मन दी जिहड़ी रफ्तार है या स्पीड है या पहुंच है, वो उथों तक नहीं है। सतगुरु महाराज अगे कहते ने असंख कहें सिर भार होए, कुदरत इन्नी बेअंत है। सब तो पावरफुल जिहड़ी है वो कुदरत है। गुरुदेव आखदे ने असंख कहें है सिर भार होए। जे आपां असंख भी कह लईए ना
क्योंकि कहण वास्ते, बोलण वास्ते, लिखण वास्ते शब्द चाहिए होंदे ने, अखर चाहिए होंदे। इस करके असंख शब्द वरत्या जा रहा अनगिनत के रूप। अज इनफिनिटी रूप दे विच जिवें विकास करके शब्दां दा ये लिया जा रहा कि निरंतर विकास जिहड़ा चल रहा। महाराज कहते असंख कहें सिर भार हो, जे असंख शब्द भी वरतीए ना तो सिर ते भार आउंदा है, बोझ बनदा। भाव ये शब्द भी छोटा है, तुच्छ है, ये मुकम्मल इहदे नाल भी आपां भाव नहीं जान सकते। हाँ, कहण वास्ते, बोलण वास्ते, समझण वास्ते शब्दां नूं वरतों विच लिआंदा जांदा। अखरी नाम अखरी साला। हुण साडे कोल ते केवल अखर ही ने ना, अखरां दे नाल ही आपां एक एक अखर नूं जोड़ के शब्द बनते हैं, शब्दां नूं जोड़ के वाक बनते हैं। महाराज कहते अखरां दे नाल ही जोड़ के आपां नाम उस परमात्मा की हस्ती बारे जानते हैं, वर्णन करते हैं। अखरां राही ही आपां सिफत सलाह करते हैं। अखरी ज्ञान गीत गुण गा, इन अखरां नाल ही ज्ञान हासिल करते हैं, गीत गाउंदे हैं, गुण गाउंदे हैं। गुरु नानक साहब महाराज जी ने सिखां दे उत्ते ये जो साडे जीवां दे उत्ते मेहरामत कीती, आप गुरु अंगद साहब जी नूं भाई लहणा के रूप विच पास बिठा के जिथे आप बाणी उन्होंने रंग परमात्मा दे करतार दे रंग विच रंग के एकमिक हो के तुरकी बाणी दा ज्ञान साडे पास लियांदा। उत्थे भाई पैड़ा मोखा, भाई लहणा जी अते होर अनेकां गुरसिखां नूं सतगुरु महाराज जी ने आप बाणी लिखवाई, अपने हत्थीं भी लिखी, उन्हां कोलों लिखवाई। फिर अगे देखते हैं गुरु अंगद साहब महाराज जी जो गुरता गद्दी ते बैठे खडूर साहब आए तो उन्होंने अगे अखर पढ़ाए, विद्या पढ़ाई, अखरां दे ज्ञान दिता। उस जिन्हों अज आपां गुरमुखी भाषा कहने हाँ, साडी वो गुरुआं दी बोली है, वो गुरबाणी दी बोली है। उस गुरुआं दी उस गुरबाणी बोली नूं जिहदा नाम गुरमुखी गुरु अंगद साहब महाराज जी ने दिते ते ये अखर दिते जिहदे नाल जिन्हां अखरां नूं पढ़ के असीं गुरबाणी नूं पढ़ सकते हैं। जे सिख दे पास ये अखर गुरमुखी अखर नहीं तो गुरबाणी नूं उस रूप उस भाव दे विच नहीं पढ़ सकदा। हाँ ठीक है, अज बहुत वड्डा विकास होया। ये नहीं कि खाली केवल पंजाबी जां गुरमुखी विच ही गुरबाणी होनी चाहिए, गुरबाणी तो सारियां लैंगुएज दे विच ट्रांसलेट होनी चाहिए तो हो भी रही है। चाइनीज़ विच हो गई, अनेकां बोलियां संस्कृत विच हो गई, हिंदी विच हो गई, मराठी विच हो गई, गुजराती विच हो गई, शाहमुखी विच हो गई, बंगाली विच हो गई तो होर अनेकां भाषावां दे विच फ्रेंच विच हो गई, डच विच हो गई। सो निरंतर जारी ते अज ते साइंस ने ऐसे टूल कढ़ दिते, कोई भी रचना लै लो उन्होंने उस वक्त ही आप एक सैकंड में ट्रांसलेट कर लेंगे। इन्नी उपलब्धि हो गई, इन्ना विकास हो गया। पर जो अखर गुरबाणी दे इन्हां गुरमुखी अखरां नूं पढ़ के विचार के गुरबाणी नूं आनंद जां उहदे भाव नूं समझना है। जिहड़ा भी मनुख कोई किसी भी लैंगुएज नूं पढ़ लवे, दूसरी लैंगुएज नूं मां बोली ਜਾਂ अपनी भाषा गुरमुखी जिहड़ी है ਜਾਂ ਕਿਸੇ ਦੀ ਵੀ ਜਿਹੜੀ लैंगुएज है उस लैंगुएज ਦੇ ਵਿੱਚ ਹੀ असली भाव ਦੇ ਨੇੜੇ पहुंच सकता है। ਜਾਂ अपने अंदरले भावां ਨੂੰ अपनी बोली तो बिना मुकम्मल रूप ਵਿੱਚ ਆਪਾਂ ਦੂਜੇ तक पहुंचाउण ਵਿੱਚ असमर्थ ਰਹਿੰਦੇ। सही रूप ਵਿੱਚ अपनी बोली ਵਿੱਚ ही पहुंचाए जा सकते। सतगुरु महाराज सच्चे पातशाह बख्शिश करते हैं, अखरी ज्ञान गीत गुण गाह, अखरी लिखन बोलन बाण, अखरां सिर संजोग वखाण। ये निरंतर ये पौड़ी दे विचार आप अगे कंटिन्यू रखांगे क्योंकि समा समाप्त है। सतगुरु महाराज जी ने आख्या अखरां नाल ही आप लिखना जानते हैं, अखरां नूं लिख के ही बोलना आउंदा है।
ਬੋਲਣ ਦੇ ਨਾਲ, ਬਾਣੀ ਨਾਲ ਵੀ ਸਾਂਝ ਬਣਦੀ। ਆਪਣੀ ਵੀ ਬਾਣੀ ਜੋ ਆਪਾਂ ਬੋਲ ਰਹੇ ਹਾਂ ਇਹ ਵੀ ਅੱਖਰਾਂ ਨਾਲ ਹੀ ਸੰਭਵ ਹੈ। ਅੱਖਰਾਂ ਦਾ ਬੜਾ ਵੱਡਾ ਮਹੱਤਵ ਹੈ, ਵਿਦਿਆ ਦਾ ਬੜਾ ਵੱਡਾ ਮਹੱਤਵ ਹੈ। ਆਪਾਂ ਕੱਲ੍ਹ ਵਿਚਾਰਾਂਗੇ ਕਿ ਕਿਵੇਂ ਗੁਰੂ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇੱਕ ਪੱਟੀ ਨਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਜੀ ਜਿਹੜੀ ਉਹਨਾਂ ਨੇ ਪਹਿਲਾਂ ਆਪ ਫੱਟੀ ਲਿਖੀ ਤਲਵੰਡੀ ਦੇ ਅੰਦਰ, ਰਾਏ ਭੋਏ ਤਲਵੰਡੀ ਦੇ ਅੰਦਰ, ਤੇ ਇੱਕ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪੱਟੀ ਨਾਂ ਦੀ ਬਾਣੀ। ਉਹਨਾਂ ਦਾ ਵੀ ਆਪਾਂ ਥੋੜਾ ਜਿਹਾ ਜ਼ਿਕਰ ਕਰਾਂਗੇ, ਵਿਚਾਰ ਕਰਾਂਗੇ ਕਿਵੇਂ ਗੁਰੂ ਸਾਹਿਬ ਜੀ ਨੇ ਮਹੱਤਤਾ ਅੱਖਰਾਂ ਦੀ, ਵਿਦਿਆ ਦੀ ਦ੍ਰਿੜ ਕਰਵਾਈ ਹੈ। ਇਹ ਵਿਚਾਰ ਜਿਹੜੀ ਹੈ ਇਹ ਕੰਟੀਨਿਊ ਰਹੇਗੀ, ਲਗਾਤਾਰ ਰਹੇਗੀ। ਸੋ ਅੱਜ ਇੰਨੇ ਹੀ ਅੱਖਰ ਸ਼ਬਦ ਪ੍ਰਵਾਨ ਕਰਨਾ, ਭੁੱਲਾਂ ਚੁੱਕਾਂ ਦੀ ਖਿਮਾ, ਪਿਆਰ ਸਹਿਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ